ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਇਸ ਵਕਤ ਦੇਸ਼ ਪ੍ਰਦੇਸ਼ ਲਾਈਵ, ਜਿਹਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਵਿਦਿਆਰਥੀਆਂ ਦੀ ਜਿਨ੍ਹਾਂ ਨੇ ਬਹੁਤ ਟੈਕਨੀਕਲ ਸਵਾਲ ਸਾਨੂੰ ਭੇਜੇ ਕਿ ਜਦੋਂ ਲੋਕਡਾਊਨ ਹੁੰਦਾ ਤਾਂ ਸਭ ਤੋਂ ਪਹਿਲਾਂ ਯੂਕੇ ਨੇ ਵੀਜ਼ਾ ਸਟਾਰਟ ਕੀਤਾ, ਫਲਾਈਟਾਂ ਸਟਾਰਟ ਕੀਤੀਆਂ, ਪੰਜਾਬ ਦੇ ਵਿੱਚ ਬਹੁਤ ਵੱਡੀ ਐਡਵਰਟੀਜ਼ਮੈਂਟ ਆਈ, ਬੱਚਿਆਂ ਨੇ ਅਪਲਾਈ ਵੀ ਕੀਤਾ, ਵੀਜ਼ਾਜ਼ ਵੀ ਆਏ, ਪਰ ਕੁਝ ਕਾਰਨਾਂ ਕਰਕੇ ਕੰਸਲਟੈਂਟ ਨੂੰ ਪ੍ਰੋਬਲਮ ਆਈ, ਕੁਝ ਸਥਿਤੀਆਂ ਦੇ ਵਿੱਚ ਬੱਚਿਆਂ ਨੂੰ ਫੇਸ ਕਰਨਾ ਪਿਆ ਜਿਹੜੀਆਂ ਮੁਸ਼ਕਲਾਂ ਸੀਗੀਆਂ। ਹੁਣ 2 ਤੋਂ 3 ਮਹੀਨਿਆਂ ਦੇ ਵਿੱਚ 4 ਮਹੀਨਿਆਂ ਦੇ ਵਿੱਚ ਦਸੰਬਰ 20 ਤੋਂ ਲੈ ਕੇ ਅੱਜ ਅਸੀਂ ਅਪ੍ਰੈਲ ਦੇ ਵਿੱਚ ਬੈਠੇ ਹਾਂ, ਐਡਵਰਟੀਜ਼ਮੈਂਟ ਗਾਇਬ ਹੋ ਗਈ ਹੈ, ਬੱਚਾ ਜਾਣ ਨੂੰ ਤਰਸ ਰਿਹਾ ਹੈ, ਬੱਚਾ ਆਪਣੇ ਸਵਾਲ ਪੁੱਛਦਾ ਹੈ। ਸੋ ਅੱਜ ਦੀ ਸਥਿਤੀ ਦੇ ਵਿੱਚ ਜੇ ਇੱਕ ਬੱਚਾ ਯੂਕੇ ਜਾਣਾ ਚਾਹੁੰਦਾ ਹੈ, ਹੁਣ ਕਿਉਂਕਿ 21 ਚੜ੍ਹ ਗਿਆ, ਕਮਿਟਮੈਂਟ ਅਨੁਸਾਰ ਯੂਕੇ ਨੇ ਵਰਕ ਪਰਮਿਟ ਵੀ ਸ਼ੁਰੂ ਕਰਤਾ ਹੈਗਾ, ਕੀ ਅਸੀਂ ਸਧਾਰਨ ਹਾਲਾਤਾਂ ਨਾਲ ਯੂਕੇ ਜਾ ਸਕਾਂਗੇ, ਕੀ ਕੋਈ ਨਵੇਂ ਡਾਕੂਮੈਂਟ ਨੇ ਉਹ ਲੱਗ ਪਾਉਣਗੇ, ਕੀ ਆਇਲਸ ਚਾਹੀਦੀ ਹੋਏਗੀ ਜਾਂ ਵਿਦਆਊਟ ਆਇਲਸ ਅਸੀਂ ਜਾ ਸਕਦੇ ਹਾਂ, ਕੀ ਹੁਣ ਜਾਣ ਵਾਲੇ ਸਾਰੇ ਬੱਚਿਆਂ ਨੂੰ ਵਰਕ ਪਰਮਿਟ ਮਿਲੂਗਾ। ਬੜੇ ਅਹਿਮ ਸਵਾਲ ਨੇ ਜੀ ਯੂਕੇ ਨੂੰ ਲੈ ਕੇ, ਜੇ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ। ਸਾਡੇ ਨਾਲ ਗ੍ਰੈਡੀਗੋ ਤੋਂ ਇਸ ਵਕਤ ਮਿਸਟਰ ਸੈਮ ਨੇ, ਜਿਨ੍ਹਾਂ ਦਾ ਲਗਭਗ ਮੇਰੇ ਖਿਆਲ 16-17 ਦਾ 15 ਸਾਲ ਦਾ ਜਿਹੜਾ ਤਜਰਬਾ ਹੈ ਯੂਕੇ ਨੂੰ ਲੈ ਕੇ, ਜ਼ਿਆਦਾ ਇਹਨਾਂ ਦਾ ਤਜਰਬਾ ਹੈਗਾ, ਵੱਖ-ਵੱਖ ਪਲੇਟਫਾਰਮਸ 'ਤੇ ਇਹਨਾਂ ਨੇ ਸਰਵਿਸ ਦਿੱਤੀ ਹੈਗੀ ਹੈ। ਹੁਣ ਆਪਣੀ ਜਿਹੜੀ ਕੰਪਨੀ ਹੈ ਗ੍ਰੈਡੀਗੋ ਵੱਲੋਂ ਬਹੁਤ ਸਾਰੇ ਬੱਚੇ ਯੂਕੇ ਭੇਜ ਚੁੱਕੇ ਨੇ। ਇਹਨਾਂ ਨੂੰ ਬੁਲਾਉਣ ਦਾ ਅੱਜ ਸਾਡਾ ਇੱਕ ਮੰਤਵ ਸੀਗਾ ਕਿ ਹੋਰ ਕੋਈ ਵੀ ਵਿਅਕਤੀ ਯੂਕੇ ਦੇ ਗੱਲ ਕਰਨ ਨੂੰ ਇਸ ਵਕਤ ਰਾਜੀ ਨਹੀਂ ਕਿ ਇਹਨਾਂ ਦੇ ਨਾਲ ਅਸੀਂ ਟੈਕਨੀਕਲ ਗੱਲਾਂ ਕਰੀਏ। ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਥੈਂਕ ਯੂ ਰਣਬੀਰ ਜੀ, ਥੈਂਕ ਯੂ ਐਵਰੀਵਨ। ਜਿਹੜੀ ਸਟਾਰਟਿੰਗ ਹੈਗੀ ਹੈ ਇਸ ਵਕਤ ਕਰੰਟ ਸਿਨੈਰੀਓ ਦੀ, ਜੇ ਆਪਾਂ ਗੱਲ ਕਰ ਲਈਏ ਯੂਕੇ ਦੀ, ਤਾਂ ਉਹਦੇ ਵਿੱਚ ਇਸ ਵਕਤ ਕਿੱਥੇ ਖੜੇ ਹਾਂ ਅਸੀਂ? ਯੂਕੇ ਜਾਣ ਦਾ ਜਿਹੜਾ ਕਰੰਟ ਇਸ ਵਕਤ ਸਿਚੁਏਸ਼ਨ ਹੈਗੀ ਉਹ ਕਿਸ ਤਰ੍ਹਾਂ ਦੀ ਹੈਗੀ ਹੈ ਜੀ? ਰਣਬੀਰ ਜੀ, ਯੂਕੇ ਨੂੰ ਲੈ ਕੇ ਸਪੈਸ਼ਲੀ ਆਪਾਂ ਜੇ ਗੱਲ ਕਰੀਏ, ਸਟੂਡੈਂਟਸ ਹੈ, ਹਜੇ ਵੀ ਸਟੂਡੈਂਟਸ ਹੈ, ਇੰਟਰਸਟਿਡ ਹੈ। ਇੱਕ ਜਿੱਦਾਂ ਦੌਰ ਚੱਲਦਾ ਨਾ, ਯੂਕੇ ਔਨ ਆਫ ਹੁੰਦਾ ਰਹਿੰਦਾ ਹੈ। ਅਸੀਂ ਵੀ ਜਿੱਦਾਂ ਟ੍ਰੈਂਡ ਫੋਲੋ ਕਰਦੇ ਦੇਖਦੇ ਹਾਂ ਇੰਡਸਟਰੀ ਦੇ ਵਿੱਚ ਕੀ ਹੋ ਰਿਹਾ ਹੈ। ਯੂਕੇ 3 ਮਹੀਨੇ ਲਈ ਆਏਗਾ, ਮਤਲਬ ਪਿਛਲੇ 1.5 ਸਾਲ ਦਾ, ਮੈਂ 1.5 ਸਾਲ ਦਾ ਦੱਸ ਰਿਹਾ ਪੋਸਟ ਲੋਕਡਾਊਨ, ਐਂਡ ਇਹੀ ਦੇਖਣ ਨੂੰ ਮਿਲ ਰਿਹਾ ਕਿ 3 ਮਹੀਨੇ ਐਡ ਚੱਲੀ, ਬੱਚੇ ਇਕੱਠੇ ਹੋਏ, ਅਪਲਾਈ ਹੋਏ, ਇੰਟਰਵਿਊਜ਼ ਆਈਆਂ, ਵੀਜ਼ੇ ਵੀ ਲੱਗੇ, ਇੰਟਰਵਿਊਜ਼ ਵੀ ਆਈਆਂ, ਰਿਫਿਊਜ਼ ਵੀ ਹੋਏ। ਸੋ ਰਿਫਿਊਜ਼ਲ ਪਰਸੈਂਟੇਜ ਵਧੀ, ਨਾਲ ਹੀ ਐਡਾਂ ਗਾਇਬ ਹੋ ਗਈਆਂ। ਸੋ ਐਡਵਰਟੀਜ਼ਮੈਂਟਸ ਘੱਟ ਗਈ, ਇਨਫੋਰਮੇਸ਼ਨ ਸ਼ੇਅਰ ਕਰਨਾ ਬੰਦ ਕਰ ਦਿੱਤਾ ਕੰਸਲਟੈਂਟਸ ਨੇ। ਸੋ ਸਟੂਡੈਂਟਸ ਹੋਰ ਜ਼ਿਆਦਾ ਐਡਵਰਟੀਜ਼ਮੈਂਟ ਜਦੋਂ ਬੰਦ ਹੋ ਜਾਂਦੀ ਹੈ, ਪੰਜਾਬ ਦਾ ਇੱਕ ਟ੍ਰੈਂਡ ਹੈ, ਉਹਨੂੰ ਲੱਗਦਾ ਕਿ ਸ਼ਾਇਦ ਯੂਕੇ ਬੰਦ ਹੋ ਗਿਆ। ਯੈਸ, ਸੋ ਉਹ ਇੱਕ ਕਲੈਰਿਟੀ ਵਾਸਤੇ ਮੈਂ ਦੱਸਣਾ ਚਾਹੂੰਗਾ, ਜਿੰਨੇ ਵੀ ਸਟੂਡੈਂਟਸ, ਵਿਊਅਰਸ, ਪੇਰੈਂਟਸ ਵੇਖ ਰਹੇ ਨੇ, ਯੂਕੇ ਹਜੇ ਵੀ ਉਸੇ ਤਰੀਕੇ ਨਾਲ ਖੁੱਲ੍ਹਾ ਆ। ਸਿਰਫ ਪ੍ਰੋਸੈਸਿੰਗ ਦਾ ਇੱਕ ਸਟੈਪ ਜਿਹੜਾ ਹੁੰਦਾ, ਐਮਬੈਸੀ ਪੁਆਇੰਟ ਆਫ ਵਿਊ ਨਾਲ ਜਿਹੜਾ ਸਟੈਪ ਹੈ ਪ੍ਰੋਸੈਸਿੰਗ ਦਾ, ਉਹਦੇ ਵਿੱਚ ਇੱਕ ਟੈਕਨੀਕਲ ਬਦਲਾਵ ਆਇਆ ਕਹਿ ਲਓ, ਜਾਂ ਉਹਨਾਂ ਦਾ ਅਸੈਸਮੈਂਟ ਪ੍ਰੋਸੈਸ ਦੇ ਵਿੱਚ ਇੱਕ ਬਦਲਾਵ ਆਇਆ। ਅਦਰਵਾਈਜ਼ ਯੂਨੀਵਰਸਿਟੀਆਂ ਦੇ ਐਂਟਰੀ ਕ੍ਰਾਈਟੇਰੀਆ ਵੀ ਸੇਮ ਹੀ ਨੇ। ਇੱਕ ਬੜਾ ਸਵਾਲ ਆਉਂਦਾ, ਵਿਦਆਊਟ ਆਇਲਸ ਤਾਂ ਨਹੀਂ ਬੰਦ ਹੋ ਗਿਆ ਕਿਤੇ, ਇਸ ਕਰਕੇ ਤਾਂ ਨਹੀਂ ਕਿਤੇ ਐਡਵਰਟੀਜ਼ਮੈਂਟਸ ਬੰਦ ਹੋ ਗਈਆਂ? ਨੋ, ਪੋਸੀਬਲੀ ਇਹ ਹੋ ਸਕਦਾ ਹੈ ਕਿ ਜਿੰਨੇ ਆਸਾਨੀ ਦੇ ਨਾਲ ਵਿਦਆਊਟ ਆਇਲਸ ਐਡਮਿਸ਼ਨ ਮਿਲਦਾ ਸੀ, ਉਨੇ ਆਸਾਨੀ ਦੇ ਨਾਲ ਨਹੀਂ ਮਿਲ ਰਿਹਾ, ਜਾਂ ਜਿੰਨੇ ਜ਼ਿਆਦਾ ਆਪਸ਼ਨਸ ਹੁੰਦੇ ਸੀ ਉਹ ਆਪਸ਼ਨਸ ਲਿਮਿਟਡ ਹੋ ਗਏ। ਹੈਗਾ ਆ ਹਜੇ ਵੀ। ਜੇ ਮੈਂ ਗੱਲ ਕਰਾਂ ਲਈ ਹੈ, ਕਿਸ ਤਰ੍ਹਾਂ ਦੇ ਸਟੂਡੈਂਟਸ ਲਈ ਹੈ? ਯੈਸ, ਅਸੀਂ ਐਜ਼ ਅ ਗ੍ਰੈਡੀਕੋ ਜੇ ਗੱਲ ਕਰੀਏ, ਕਮਿੰਗ ਮੇ ਇਨਟੇਕ ਤੇ ਸੈਪਟੈਂਬਰ ਇਨਟੇਕ, ਮਈ ਇਨਟੇਕ ਲਈ ਹਜੇ ਵੀ ਹਫਤਾ 10 ਦਿਨ ਤੱਕ ਅਸੀਂ ਐਡਮਿਸ਼ਨਸ ਲੈ ਰਹੇ ਹਾਂ, ਵਿਦਆਊਟ ਆਇਲਸ ਐਡਮਿਸ਼ਨਸ ਲੈ ਰਹੇ ਹਾਂ। ਈਵਨ ਸਾਨੂੰ 60-70% ਅੰਗਰੇਜ਼ੀ ਦੇ ਵਿੱਚ ਨਹੀਂ ਚਾਹੀਦਾ, ਜਿਹੜਾ ਉਹ ਇੱਕ ਅਸੈਸਮੈਂਟ ਕ੍ਰਾਈਟੇਰੀਆ ਹੁੰਦਾ ਸੀ ਨਾ, ਜਿਹਦਾ ਕਿ ਜ਼ਿਆਦਾਤਰ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਅਵੇਅਰ ਹੋ ਚੁੱਕੀ ਹੈ ਕਿ ਜੇ ਵਿਦਆਊਟ ਆਇਲਸ ਲੈਣਾ ਹੈ ਤੇ 12ਵੀਂ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਮਾਰਕਸ ਹੋਣੇ ਚਾਹੀਦੇ ਆ, 10% ਹੋਣ, 70 ਹੋਣ। ਹਾਂ, ਸਾਨੂੰ ਉਹ ਵੀ ਨਹੀਂ ਚਾਹੀਦਾ। ਵੀ ਜਸਟ ਨੀਡ ਸੈਕੰਡ ਡਿਵੀਜ਼ਨ ਪਾਸ ਆਊਟ। ਮਤਲਬ ਜੇ ਤੁਹਾਡੇ 12ਵੀਂ ਹੈ, ਗ੍ਰੈਜੂਏਟ ਹੋ ਜਾਂ 12ਵੀਂ ਹੋ, ਤੁਸੀਂ ਸੈਕੰਡ ਡਿਵੀਜ਼ਨ ਪਾਸ ਆਊਟ ਹੈਗੇ ਹੋ, ਮਤਲਬ 50% ਮਾਰਕਸ ਹੈਗੇ ਹੈ, ਤਾਂ ਵੀ ਤੁਸੀਂ ਡਾਇਰੈਕਟ ਯੂਨੀਵਰਸਿਟੀ ਦੇ ਵਿੱਚ ਬੈਚਲਰ ਡਿਗਰੀ ਤੇ ਮਾਸਟਰ ਡਿਗਰੀ, MBA ਵਰਗੀ ਕੋਰਸ ਦੇ ਲਈ, ਜਾਂ ਬੈਚਲਰ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਰਗੇ ਕੋਰਸ ਵਾਸਤੇ ਡਾਇਰੈਕਟ ਪਬਲਿਕ ਫੰਡਡ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ। ਸਾਨੂੰ ਕੀ ਚਾਹੀਦਾ ਹੈ? ਇੱਕ ਬੇਸਿਕ ਕਮਿਊਨੀਕੇਸ਼ਨ ਲੈਵਲ ਚਾਹੀਦਾ ਹੈ ਅੰਗਰੇਜ਼ੀ ਦੇ ਵਿੱਚ, ਕਿਉਂਕਿ ਇੱਕ ਇੰਟਰਵਿਊ ਪ੍ਰੋਸੈਸ ਹੈ ਜਿਹਦੇ ਤੋਂ ਸਭ ਤੋਂ ਜ਼ਿਆਦਾ ਬੱਚੇ ਡਰਦੇ ਆ। ਪਰ ਮੈਂ ਪਰਸਨਲੀ ਇੱਕ ਐਕਸਪੀਰੀਅੰਸ ਸ਼ੇਅਰ ਕਰਨਾ ਚਾਹਾਂਗਾ। ਇਟ ਜਸਟ ਟੇਕਸ ਵੀਕ ਟੂ 10 ਡੇਜ਼, ਹਫਤੇ ਤੋਂ 10 ਦਿਨ ਦਾ ਟਾਈਮ ਲੱਗਦਾ ਹੈ ਜੀ ਇੱਕ ਬੱਚੇ ਨੂੰ ਉਸ ਪਰਟੀਕੁਲਰ ਇੰਟਰਵਿਊ ਫਾਰਮੈਟ ਵਾਸਤੇ ਤਿਆਰ ਕਰਨ ਲਈ। ਸੋ ਸਾਡੇ ਕੋਲ ਬੱਚਾ ਜੇ ਕੋਈ ਇਹੋ ਜਿਹਾ ਆਂਦਾ ਜਿਹੜਾ ਕਹਿੰਦਾ ਹੈ ਭਾਜੀ ਮੈਂ ਅੰਗਰੇਜ਼ੀ ਦੇ ਵਿੱਚ ਮੇਰੇ ਮਾਰਕਸ ਨਹੀਂ ਹੈਗੇ ਆ, ਮੈਂ ਆਇਲਸ ਨਹੀਂ ਕਰਨਾ ਚਾਹੁੰਦਾ, ਪਰ ਇੰਟਰਵਿਊ ਲਈ ਮੈਂ ਤਿਆਰ ਹਾਂ, ਮਤਲਬ ਇੱਕ ਕੌਨਫੀਡੈਂਟ ਸਟੂਡੈਂਟ ਆਂਦਾ ਹੈ ਸਾਡੇ ਨਾਲ ਟੈਲੀਫੋਨਿਕਲੀ ਇੰਟਰਵਿਊ ਹੋਣੀ ਹੈ ਜਾਂ ਫਿਜ਼ੀਕਲੀ? ਇਟਸ ਅ ਸਕਾਈਪ ਇੰਟਰਵਿਊ, ਸਕਾਈਪ ਦੇ ਉੱਤੇ ਇੰਟਰਵਿਊ ਹੁੰਦੀ ਹੈ। ਸੋ ਜੇ ਕੋਈ ਬੱਚਾ ਸਾਨੂੰ ਇਸ ਚੀਜ਼ ਲਈ ਐਗਰੀ ਹੋ ਜਾਂਦਾ ਹੈ, ਮੇਰੇ ਵੱਲੋਂ, ਮੇਰੇ ਕੋ ਗ੍ਰੈਜੂਏਟ ਬੱਚਾ 10 ਸਾਲ ਦਾ ਗੈਪ ਵਾਲਾ ਬੱਚਾ ਆ ਜਾਏ, ਐਂਡ ਇਫ ਹੀ ਇਜ਼ ਐਗਰੀਡ ਕਿ ਬਈ ਠੀਕ ਹੈ ਮੈਨੂੰ ਇੰਟਰਵਿਊ ਲਈ ਪ੍ਰਿਪੇਅਰ ਕਰ ਦਿਓ, ਆਈ ਐਮ ਰੈਡੀ ਫॉर दैट, ਉਹ ਬੱਚੇ ਦਾ ਅਸੀਂ ਵੀਜ਼ੇ ਤੱਕ ਕਿਸੇ ਤਰੀਕੇ ਨਾਲ ਆਪਣੀ ਇੱਕ ਵਿਦਆਊਟ ਆਇਲਸ ਦੀ ਪ੍ਰੋਫਾਈਲ ਦੱਸੋਗੇ ਕਿ ਉਹਦੇ ਵਿੱਚ ਜਿਹੜੇ ਪਰਸੈਂਟੇਜ ਹੈ ਕਿਵੇਂ ਦੀ ਹੋਵੇ ਜੀ, ਔਰ ਕਿਵੇਂ ਦੀਆਂ ਯੂਨੀਵਰਸਿਟੀਆਂ ਜਾਏਗਾ, ਉਹ ਕੀ ਹੋਏਗਾ? ਮੈਂ ਸ਼ੁਰੂ ਕਰਦਾ +2 ਵਾਲੇ ਬੱਚਿਆਂ ਤੋਂ ਜੀ।
+2 ਵਾਲਾ ਬੱਚਾ ਕੋਈ ਵੀ ਦੇਖ ਰਿਹਾ ਹੈ, ਜੇ ਉਹ ਪੰਜਾਬ ਬੋਰਡ ਪਾਸ ਆਊਟ ਹੈ, ICSE CBSE ਬੋਰਡ ਪਾਸ ਆਊਟ ਹੈ, ਜਾਂ ਕਿਸੇ ਵੀ ਸਟੇਟ ਬੋਰਡ ਪਾਸ ਆਊਟ ਹੈਗਾ, ਰੈਗੂਲਰ ਹੈ, ਨਾਨ ਰੈਗੂਲਰ ਹੈ, 2-3-4 ਸਾਲ ਦਾ ਗੈਪ ਹੈਗਾ, 50% ਮਿਨੀਮਮ ਉਹਦੇ ਪਰਸੈਂਟੇਜ ਹੈਗੇ ਆ, ਆਰਟਸ ਬੈਕਗ੍ਰਾਉਂਡ ਹੈ, ਕਮਰਸ ਬੈਕਗ੍ਰਾਉਂਡ ਹੈ, IT ਬੈਕਗ੍ਰਾਉਂਡ ਹੈ, ਜਾਂ ਤੁਹਾਡਾ ਨਾਨ ਮੈਡੀਕਲ ਬੈਕਗ੍ਰਾਉਂਡ ਹੈ, ਇਹ ਸਾਰੇ ਬੱਚੇ +2 ਵਾਲੇ UK ਬੈਚਲਰ ਡਿਗਰੀ ਵਾਸਤੇ ਐਲੀਜੀਬਲ ਨੇ। ਇੱਥੇ ਮੈਂ ਇੱਕ ਚੀਜ਼ ਐਡ ਕਰਨਾ ਚਾਹਾਂਗਾ, ਅਪ ਟੂ 60 to 70% ਸਕਾਲਰਸ਼ਿਪ ਵੀ ਮਿਲ ਸਕਦੀ ਹੈ ਇਹੋ ਜਿਹੇ ਬੱਚਿਆਂ ਨੂੰ। ਸੋ ਇਹਦੇ ਵਿੱਚ ਡੀਪ ਕੀ ਹੈ, ਕਿੱਦਾਂ ਆ, ਇਹਦੇ ਬਾਰੇ ਜਦੋਂ ਕੰਸਲਟ ਕਰਨਗੇ ਵਿਲ ਲੈਟ ਯੂ ਨੋ। ਡਾਇਰੈਕਟ ਯੂਨੀਵਰਸਿਟੀ ਦੇ ਵਿੱਚ ਬੈਚਲਰ ਡਿਗਰੀ ਦੇ ਵਿੱਚ ਐਡਮਿਸ਼ਨ ਮਿਲ ਸਕਦੀ ਹੈ, ਓਕੇ, ਐਂਡ ਪਬਲਿਕ ਫੰਡਡ ਯੂਨੀਵਰਸਿਟੀ ਹੈ। ਕੁਛ ਇੱਕ ਨਾਮ ਹੈਗੇ ਆ, ਮੈਂ ਜ਼ਿਆਦਾ ਉਹਨੂੰ ਡਿਸਕਲੋਜ਼ ਨਹੀਂ ਇਸ ਕਰਕੇ ਵੀ ਕਰਾਂਗਾ ਬਿਕਾਜ਼ ਕੀ ਹੁੰਦਾ ਵਾ, ਇੱਕ ਵਾਰੀ ਰਸ਼ ਪੈ ਜਾਂਦਾ ਇੱਕੋ ਪਾਸੇ, ਫਿਰ UK ਦੇ ਵਿੱਚ ਹਮੇਸ਼ਾ ਪ੍ਰੋਬਲਮ ਤਾਂ ਹੀ ਰਹੀ ਹੈ ਜਦੋਂ ਇੱਕੋ ਹੀ ਪਾਸੇ ਰਸ਼ ਤੁਰਦਾ ਹੈ ਨਾ, ਤੇ ਉਹ ਚੀਜ਼ ਫਿਰ ਬਾਅਦ ਚ ਪ੍ਰੋਬਲਮ ਹੁੰਦੀ ਹੈ, ਬੰਦ ਹੋ ਜਾਂਦਾ। ਸੋ ਵੀ ਡੋਂਟ ਵਾਂਟ ਦੈਟ, ਅਸੀਂ ਚਾਹੁੰਦੇ ਨਹੀਂ ਇਹ ਚੀਜ਼ ਹੋਵੇ। ਬਟ ਇੱਕ ਚੀਜ਼ ਮੈਂ ਅਸ਼ੋਰ ਕਰਦਾ ਹੈ, ਪਬਲਿਕ ਫੰਡਡ ਯੂਨੀਵਰਸਿਟੀ ਹੋਏਗੀ, ਬੈਚਲਰ ਡਿਗਰੀ ਹੋਏਗੀ, ਜਿਹਦਾ ਵੀਜ਼ਾ ਸਕਸੈਸ ਰੇਟ ਵੀ ਬਹੁਤ ਅੱਛਾ ਆ। ਸੋ ਇਹ ਤਾਂ ਰਹੀ ਗੱਲ +2 ਵਾਲੇ ਬੱਚੇ ਦੀ। ਇਸੇ ਤਰੀਕੇ ਨਾਲ ਜੇ ਕੋਈ ਗ੍ਰੈਜੂਏਟ ਹੈ, ਮੈਰਿਡ ਹੈ, ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਹੈ, ਜਾਂ ਬੱਚੇ ਨਾਲ ਹੈਗੇ ਉਹਨਾਂ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਹੈ, 50% ਐਗਰੀਗੇਟ ਮਿਨੀਮਮ ਪਾਸ ਆ, ਅਗੇਨ ਉਹ ਰੈਡੀ ਹੈ ਇੰਟਰਵਿਊ ਪ੍ਰੈਪਰੇਸ਼ਨ ਲਈ, ਯੂਨੀਵਰਸਿਟੀ ਦੀ ਇੰਟਰਵਿਊ ਪ੍ਰੈਪਰੇਸ਼ਨ ਲਈ, ਜੋ ਕਿ ਅਸੀਂ ਇੱਕ ਤਰ੍ਹਾਂ ਦਾ ਚੈਲੰਜ ਦਿੰਦੇ ਆ ਕਿ ਜੇ ਤੁਸੀਂ ਰੈਡੀ ਹੋ, ਚਾਹੀਦਾ ਹੋਵੇ ਇਹਨੂੰ, ਨੋ ਨਥਿੰਗ, ਕੋਈ MOI ਨਹੀਂ, ਕੋਈ ਤੁਹਾਡੇ 70% ਅੰਗਰੇਜ਼ੀ ਦੇ ਵਿੱਚ ਨਹੀਂ। ਗ੍ਰੈਜੂਏਟ ਹੈਗੇ ਹੋ, 10 ਸਾਲ ਦਾ ਗੈਪ ਹੋ ਚੁੱਕਾ ਹੈ, ਵਰਕਿੰਗ ਪ੍ਰੋਫੈਸ਼ਨਲ ਹੈਗੇ ਹੋ, ਗੈਪ ਨੂੰ ਜਸਟੀਫਾਈ ਕਰ ਸਕਦੇ ਹੋ, ਵੀ ਜਸਟ ਨੀਡ ਦੈਟ। ਆਪਣੇ ਡਾਕੂਮੈਂਟਸ ਭੇਜੋ, ਅਸੈਸਮੈਂਟਸ ਕਰਾਓ, ਤੁਹਾਨੂੰ ਅਸੀਂ ਪ੍ਰੋਪਰ ਪ੍ਰੋਸੀਜਰ ਦੇ ਨਾਲ। ਐਂਡ ਇਹਦੇ ਵਿੱਚ ਵੀ ਇੱਕ ਕੈਸ਼ ਲੈਣ ਵਾਸਤੇ ਇੱਕ ਮਿਨੀਮਮ ਫੀਸ ਕਮਿਟਮੈਂਟ ਹੁੰਦੀ ਹੈ, ਮੈਂ ਉਹਦੇ ਬਾਰੇ ਵੀ ਥੋੜਾ ਕਲੀਅਰ ਕਰਦਾ ਬਿਕਾਜ਼ ਉਹ ਵੀ ਇੱਕ ਡਰ ਹੁੰਦਾ ਬੱਚਿਆਂ ਨੂੰ, ਕਿਉਂਕਿ UK ਦੇ ਵਿੱਚ ਕੀ ਹੈ, ਕੈਸ਼ ਦੀ ਇੱਕ ਐਡਵਾਂਸ ਫੀਸ ਪਹਿਲਾਂ ਪੇ ਕਰਨੀ ਪੈਂਦੀ ਹੈ। ਐਂਡ ਕਈ ਯੂਨੀਵਰਸਿਟੀਆਂ ਨੇ ਪੰਜਾਬ ਹਰਿਆਣਾ ਨੂੰ ਸਪੈਸ਼ਲੀ ਕਿਹਾ ਹੈ ਕਿ ਤੁਸੀਂ ਪੂਰੇ ਸਾਲ ਦੀ ਫੀਸ ਭਰੋਗੇ ਜਾਂ ਐਟਲੀਸਟ 70-80% ਤੱਕ ਫੀਸ ਭਰੋਗੇ ਤਾਂ ਹੀ ਅਸੀਂ ਤੁਹਾਨੂੰ ਕੈਸ਼ ਦੇਵਾਂਗੇ, ਕਿਉਂਕਿ ਉਹ ਡਰਦੇ ਨੇ, ਕਿਉਂਕਿ ਅੱਗੇ ਪਿੱਛੇ ਜੋ ਹੋਇਆ ਵਾ ਬੱਚੇ ਜਾ ਕੇ ਸਕਿਪ ਕਰ ਗਏ ਆ, ਉਸ ਕਰਕੇ ਵੀ। ਸੋ ਇੱਥੇ ਸਾਡੇ ਕੋਲ ਜਿਹੜੀ ਆਪਸ਼ਨ ਹੈ, ਇਹਦੇ ਵਿੱਚ ਯੂ ਜਸਟ ਨੀਡ ਟੂ ਪੇ 4 to 5,000 ਪਾਉਂਡ, 4 ਤੋਂ 4,500 ਪਾਉਂਡ ਦੇ ਵਿੱਚ ਤੁਸੀਂ ਕੈਸ਼ ਸਿਕਿਉਰ ਕਰ ਸਕਦੇ ਹੋ, ਤੇ ਕੈਸ਼ ਸਿਕਿਉਰ ਕਰਕੇ ਵੀਜ਼ਾ ਲੈ ਕੇ ਦੈਨ ਉਸ ਤੋਂ ਬਾਅਦ ਤੁਸੀਂ ਆਪਣਾ ਇੰਸਟਾਲਮੈਂਟ ਪਲਾਨ ਬਣਾ ਸਕਦੇ ਹੋ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਨੋਮੀਨਲ ਫੀਸ ਪੇਮੈਂਟ ਦੇ ਨਾਲ, ਵਿਦਆਊਟ ਆਇਲਸ, 50% ਮਾਰਕਸ ਦੇ ਨਾਲ ਤੁਸੀਂ ਹਜੇ ਵੀ UK ਵੀਜ਼ਾ ਲੈ ਸਕਦੇ ਹੋ। ਕੋਈ ਇਹਦੇ ਇਹ ਤਾਂ ਹੋ ਗਿਆ +2 ਵਾਲਿਆਂ ਲਈ। ਮੈਂ ਹੁਣ ਥੋੜਾ ਜਿਹਾ ਰੋਕਣਾ ਚਾਹੂੰਗਾ, ਗ੍ਰੈਜੂਏਸ਼ਨ ਦਾ ਅਗਲਾ ਸਵਾਲ ਹੈ ਸਾਡਾ, ਉਸ ਤੋਂ ਬਾਅਦ ਸਪਾਊਸ ਦੇ ਆਧਾਰ ਤੇ ਜਿਹਨੇ ਜਾਣਾ ਹੈਗਾ, ਉਹ ਜਿਨ੍ਹਾਂ ਦੇ ਰਿਫਿਊਜ਼ਲਾਂ ਆ ਗਈਆਂ ਜਾਂ ਕੋਈ ਟੈਕਨੀਕਲ ਇਸ਼ੂ ਕਰਕੇ UK ਨਹੀਂ ਜਾ ਪਾਏ, ਉਹਨਾਂ ਬਾਰੇ ਸਲਾਹ ਲਵਾਂਗੇ। ਮੇਰੇ ਖਿਆਲ ਜੇ ਮੈਂ ਗਲਤ ਨਹੀਂ, ਤੁਸੀਂ 6-7 ਦੇ ਵਿੱਚ ਸਫਰ UK ਦਾ ਸ਼ੁਰੂ ਕੀਤਾ ਜਦੋਂ? ਜੀ ਬਿਲਕੁਲ। ਉਹਨਾਂ ਦਿਨਾਂ ਦੇ ਵਿੱਚ ਵਰਕ ਹੌਲੀਡੇ ਮੇਕਰ ਖਤਮ ਹੁੰਦਾ, Tier 4 ਆਉਂਦਾ ਹੈ, ਉਹਨਾਂ ਦਿਨਾਂ ਦੇ ਵਿੱਚ ਕੋਈ ਵੀ ਕੰਟਰੀ, ਈਵਨ SPP ਵੀ 2009 ਚ ਸਟਾਰਟ ਹੁੰਦਾ ਹੈ। ਨਿਊਜ਼ੀਲੈਂਡ ਬਹੁਤ ਥੋੜੇ ਬੱਚੇ ਲੈ ਕੇ ਜਾਂਦਾ ਸੀ, ਬਹੁਤ ਘੱਟ ਬੱਚੇ ਸੀ ਜਿਹੜੇ ਉਹ ਆਸਟ੍ਰੇਲੀਆ ਜਾਂਦੇ ਸੀ। ਉਹਨਾਂ ਦਿਨਾਂ ਦੇ ਵਿੱਚ ਜਿਹੜੀ ਵੱਡੀ ਭਰਮਾਰ ਸੀਗੀ, ਜਹਾਜ਼ ਭਰ ਕੇ ਜਾਂਦੇ ਸੀ, ਉਹ ਹੁੰਦੇ ਸੀਗਾ UK। ਕਰੈਕਟ। ਉਹ ਤੁਹਾਡਾ ਤਜਰਬਾ ਜਿਹੜਾ ਅੱਜ ਮੇਰੇ ਖਿਆਲ ਤੁਹਾਨੂੰ 14-15 ਸਾਲ ਹੋ ਗਏ ਇਸ ਲਾਈਨ ਦੇ ਵਿੱਚ, UK ਦੇ ਤੁਹਾਡੇ ਕੋਲ ਮਾਸਟਰੀ ਹੈਗੀ ਹੈ। ਉਹ ਦੌਰ ਦੇ ਵਿੱਚ ਬੱਚੇ ਜਦੋਂ ਜਾਂਦੇ ਸੀ, ਅੱਜ ਜਾਂਦੇ ਨੇ? ਕਿਉਂਕਿ ਇੱਕ ਵਾਰ ਮੇਰੇ ਯਾਦ ਹੈ, ਸ਼ਾਇਦ ਆਪਾਂ ਵੀ ਸ਼ੋਅ ਕੀਤਾ ਸੀ ਦੇਸ਼ ਪ੍ਰਦੇਸ਼, ਅੱਜ ਤੋਂ 12-13 ਸਾਲ ਪਹਿਲਾਂ, ਜਦੋਂ ਸਸਪੈਂਡ ਕਰ ਦਿੱਤਾ ਗਿਆ ਸੀ ਪੰਜਾਬ ਮੇਰੇ ਖਿਆਲ ਸਰਟੀਫਿਕੇਟ ਕੋਰਸ ਤੋਂ। ਜੀ। ਸੋ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ, ਇੱਕ ਤਾਂ ਫਿਊਚਰ ਕੀ ਰਹੇਗਾ ਬੱਚਿਆਂ ਦਾ, ਉਹਨਾਂ ਦਿਨਾਂ ਦੇ ਵਿੱਚ ਬੱਚੇ ਜਾ ਰਹੇ ਸੀ ਤੇ ਅੱਜ ਜਾ ਰਹੇ ਨੇ, ਫਰਕ ਕੀ ਹੈਗਾ? ਇਧਰ ਅਨਾਉਂਸਮੈਂਟ ਵੀ ਹੋ ਗਈ 21 ਦੇ ਵਰਕ ਪਰਮਿਟ ਦੀ। ਸੋ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਸਾਰੇ ਜਿਹੜੇ ਸਵਾਲ ਇਹਨਾਂ ਨੂੰ ਰੱਖ ਕੇ ਬੱਚਿਆਂ ਨੂੰ ਥੋੜਾ ਗਾਈਡ ਕਰੋ। ਰਣਵੀਰ ਜੀ, ਬਹੁਤ ਜ਼ਰੂਰੀ ਸਵਾਲ ਹੈ ਇਹ, ਬਹੁਤ ਜ਼ਰੂਰੀ ਇਨਫੋਰਮੇਸ਼ਨ ਵੀ ਹੈ, ਜਿਹੜਾ ਮੈਂ ਆਪਣੇ ਕਾਉਂਸਲਿੰਗ ਦੇ ਵਿੱਚ ਵੀ, ਜਦੋਂ ਮੈਨੂੰ ਕਦੀ ਮੌਕਾ ਮਿਲਦਾ ਬੱਚਿਆਂ ਨੂੰ ਕੰਪੈਰੀਟਿਵ ਸਟੱਡੀ ਦੇਣਾ ਕਿ ਬਈ UK ਤੇ ਬਾਕੀ ਕੰਟਰੀਜ਼ ਦੇ ਨਾਲ ਹੁਣ ਕੀ ਹੈ, ਬਿਕਾਜ਼ 2021 ਜਿਹੜਾ ਤੁਸੀਂ ਕਹਿ ਰਹੇ ਹੋ ਕਿ ਚੜਿਆ ਤੇ ਹੁਣ UK ਦੇ ਵਿੱਚ ਵਰਕ ਪਰਮਿਟ ਸ਼ੁਰੂ ਹੋਇਆ। ਜੇ ਆਪਾਂ ਇਹਨੂੰ ਬ੍ਰੌਡਰ ਪ੍ਰੋਸਪੈਕਟਿਵ ਨਾਲ ਵੇਖੀਏ, ਵੱਡੇ ਆਧਾਰ ਤੇ ਉੱਤੇ ਦੇਖੀਏ, ਤੇ UK ਹੁਣ ਕੰਪੀਟੀਸ਼ਨ ਦੇਗਾ ਕੈਨੇਡਾ ਤੇ ਆਸਟ੍ਰੇਲੀਆ ਨੂੰ ਇਨ ਟਰਮਸ ਆਫ ਸੈਟਲਮੈਂਟ। ਇਹਦਾ ਮੈਂ ਕੁਛ ਇੱਕ ਪੁਆਇੰਟਸ ਮੈਂ ਗਿਣਾਉਣਾ ਚਾਹੂੰਗਾ। ਸਭ ਤੋਂ ਪਹਿਲਾਂ UK ਜਦੋਂ ਦਾ ਬ੍ਰੈਗਜ਼ਿਟ ਐਗਜ਼ੀਕਿਊਟ ਹੋ ਗਿਆ, ਬ੍ਰੈਗਜ਼ਿਟ ਐਗਜ਼ੀਕਿਊਟ ਹੋਣ ਤੋਂ ਬਾਅਦ ਇਹਨਾਂ ਨੇ ਜਿਹੜੇ ਪਾਈਪਲਾਈਨ ਦੇ ਵਿੱਚ ਜਿਹੜੀ ਫੋਰਨ ਮਿਨਿਸਟਰੀ ਨੇ ਰੱਖੇ ਸੀਗੇ ਜਿਹੜੇ ਵੀ ਪ੍ਰਪੋਜ਼ਲ, ਉਹਨਾਂ ਨੂੰ ਇੱਕ ਇੱਕ ਕਰਕੇ ਇੰਪਲੀਮੈਂਟ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਦੇਖ ਹੀ ਲਿਆ ਕਿ ਇਹਨਾਂ ਨੇ ਪੋਸਟ ਸਟੱਡੀ ਵਰਕ ਨੂੰ ਫਾਰਮਲੀ ਅਨਾਉਂਸ ਕਰ ਦਿੱਤਾ, ਜਿਹੜਾ ਕਿ ਪਿਛਲੇ ਸਾਲ ਤੋਂ ਹੀ ਉਹਨਾਂ ਨੇ ਪਬਲਿਸ਼ ਤਾਂ ਕਰ ਹੀ ਦਿੱਤਾ ਸੀ, ਬਟ ਇਸ ਸਾਲ ਇਹਨਾਂ ਨੇ ਫਾਰਮਲੀ ਹੁਣੇ ਹੀ ਰੀਸੈਂਟਲੀ ਅਨਾਉਂਸ ਕਰ ਦਿੱਤਾ। ਨਾਓ ਸਟੂਡੈਂਟ ਜਿਹੜੇ ਹੁਣ ਜਾਣਗੇ, ਜਿਹੜਾ ਵੀ ਰਿਸਪੌਂਸਿਬਲ ਸਟੂਡੈਂਟ ਜਾਏਗਾ, ਹੁਣ ਉਹ ਜਿਹੜਾ ਰਿਲੇਸ਼ਨ ਤੁਸੀਂ ਕੰਪੈਰੀਜ਼ਨ ਪੁੱਛਿਆ ਮੈਨੂੰ ਕਿ 8 ਸਾਲ 10 ਸਾਲ ਪਹਿਲਾਂ ਵਾਲਾ ਬੱਚਾ ਜਿਹੜਾ ਜਾਏਗਾ ਜਾਂ ਗਿਆ ਜਾਂ ਹੁਣ ਜਿਹੜਾ ਜਾਏਗਾ, ਉਹਦੇ ਵਿੱਚ ਫਰਕ ਕੀ ਹੈ? ਹੁਣ ਜਿਹੜਾ ਬੱਚਾ ਜਾਏਗਾ, ਜੇ ਉਹ ਰਿਸਪੌਂਸਿਬਲੀ ਰੂਲਸ ਰੈਗੂਲੇਸ਼ਨਸ ਫੋਲੋ ਕਰਦਾ ਆ,
ਐਜ਼ ਅ ਸਟੂਡੈਂਟ ਆਪਣੇ ਰੂਲਸ ਰੈਗੂਲੇਸ਼ਨਸ ਫੋਲੋ ਕਰਕੇ ਸਕਸੈਸਫੁਲੀ ਪੜ੍ਹਾਈ ਖਤਮ ਕਰਦਾ ਆ, ਉਹਦੇ ਕੋਲ ਆਪਸ਼ਨਾਂ ਨੇ, ਮਲਟੀਪਲ ਆਪਸ਼ਨਸ ਨੇ ਅੱਗੇ ਸੈਟਲਮੈਂਟ ਵਾਸਤੇ, ਜਿਹੜਾ ਕਿ ਹੁਣ ਉੱਥੇ ਦੀ ਮਿਨਿਸਟਰੀ ਕਹਿ ਲਓ ਜਾਂ ਉੱਥੇ ਦੀ ਗਵਰਨਮੈਂਟ ਵੀ ਚਾਹੁੰਦੀ ਹੈ। ਉਹ ਸਟੂਡੈਂਟਸ ਨੂੰ ਰਿਟੇਨ ਕਰਨਾ ਚਾਹੁੰਦੀ ਹੈ ਆਫਟਰ ਸਟੱਡੀਜ਼। ਜਿੰਨੇ ਵੀ ਬ੍ਰੇਨਸ ਨੇ, ਜਿਹਨੂੰ ਆਪਾਂ ਕਹਿੰਦੇ ਹਾਂ, ਹੁਣ ਉਹਨਾਂ ਨੇ ਬ੍ਰੈਗਜ਼ਿਟ ਖਤਮ ਹੋਣ ਦਾ ਇੱਕ ਮੇਨ ਰੀਜ਼ਨ ਇਹ ਸੀਗਾ, ਕਰਨ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਹੈ ਹੁਣ ਕਿ ਅਸੀਂ ਹੁਣ ਜਿਹੜੇ ਟੈਲੈਂਟ ਹੰਟ ਕਰਾਂਗੇ ਉਹ ਪੂਰੇ ਵਰਲਡ ਤੋਂ ਕਰਾਂਗੇ। ਪਹਿਲਾਂ ਉਹ ਡਿਪੈਂਡ ਸੀਗੇ ਯੂਰਪ ਦੇ ਉੱਪਰ ਸੀਗੇ, ਔਰ ਖਾਸ ਤੌਰ ਤੇ ਉਹ ਟੈਲੈਂਟਡ ਨਹੀਂ ਸੀ, ਉਹ ਲੋੜਵੰਦ ਸੀਗੇ। ਐਗਜ਼ੈਕਟਲੀ, ਉਹ ਬਰਡਨ ਸੀਗੇ ਇੱਕ ਤਰ੍ਹਾਂ ਦੇ, ਉਹ ਬਰਡਨ ਸੀਗੇ, ਉਹਨਾਂ ਦੇ ਟੈਕਸ ਪੇਅਰਸ ਦੇ ਉੱਤੇ ਬਰਡਨ ਸੀਗੇ। ਨਾਓ ਦੇ ਆਰ ਪਲੇਇੰਗ ਵੈਰੀ ਸਮਾਰਟ, ਬਹੁਤ ਸਮਾਰਟਲੀ ਪਲੇ ਕਰ ਰਹੇ ਨੇ। ਉਹ ਗ੍ਰੈਜੂਏਟਸ ਬੁਲਾ ਰਹੇ ਨੇ ਜਾਂ +2 ਸਟੂਡੈਂਟਸ ਬੁਲਾ ਰਹੇ ਨੇ ਆਪਣੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾ ਕੇ, ਗ੍ਰੈਜੂਏਟਸ ਕਰਕੇ ਉਹਨਾਂ ਨੂੰ ਉੱਥੇ ਹੀ ਜੌਬਸ ਦੇ ਵਿੱਚ ਕੰਜ਼ਿਊਮ ਕਰਨ ਦਾ ਉਹਨਾਂ ਦਾ ਪਲਾਨ ਹੈ ਇਨ ਫਿਊਚਰ, ਕਿਉਂਕਿ ਮੈਨ ਪਾਵਰ ਚਾਹੀਦੀ ਹੈ। ਬਿਲਕੁਲ। ਕੁਝ ਇੱਕ ਇੰਡਸਟਰੀਜ਼ ਦੇ ਵਿੱਚ ਤੇ ਇਹੋ ਜਿਹੀ ਡਿਕਲੇਰੇਸ਼ਨਸ ਹੋ ਗਈਆਂ ਨੇ ਕਿ ਜੇ ਹੋਰ 6 ਮਹੀਨੇ ਸਾਲ ਤੱਕ ਮੈਨ ਪਾਵਰ ਨਹੀਂ ਮਿਲੇ, ਫॉर ਐਗਜ਼ਾਮਪਲ ਹਸਪਿਟੈਲਿਟੀ, ਮੇਰੇ ਯਾਦ ਹੈ ਸੈਮ ਜੀ 2010-11 ਚ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ, ਸ਼ਾਇਦ ਮੇਰੇ ਤੱਥ ਗਲਤ ਹੋ ਸਕਦੇ ਨੇ ਕਿਉਂਕਿ ਇਹ ਗੱਲ ਨੂੰ 11 ਸਾਲ ਹੋ ਗਏ। ਉਹਦੇ ਲਿਖਿਆ ਜਾ ਰਿਹਾ ਸੀ ਕਿ ਜੀ ਬੜੇ ਬੰਦੇ ਜਾ ਰਹੇ ਨੇ ਯੂਕੇ, ਤਾਂ ਡਾਟਾ ਇਹ ਸੀਗਾ ਵੀ 1.5 ਲੱਖ ਤੋਂ ਲੈ ਕੇ 1.25 2 ਦੇ ਵਿੱਚ ਉੱਥੇ ਯੂਕੇ ਹਰ ਸਾਲ ਲੋਕ ਜਾਂਦੇ ਨੇ। ਨਾਲ ਹੀ ਲਿਖਣ ਵਾਲਿਆਂ ਨੇ ਲਿਖਿਆ ਸੀਗਾ ਕਿ ਭਾਈ 2 ਲੱਖ ਤਾਂ ਸਾਡੇ ਲੋਕ ਵੀ ਤਾਂ ਮਾਈਗ੍ਰੇਟ ਹੋ ਜਾਂਦੇ ਨੇ ਇੱਥੋਂ ਵੱਖ-ਵੱਖ ਮੁਲਕਾਂ ਦੇ ਵਿੱਚ। ਇਸ ਕਰਕੇ ਮੈਨ ਪਾਵਰ ਦੀ ਬਹੁਤ ਜ਼ਿਆਦਾ ਲੋੜ ਹੈ। ਐਗਜ਼ੈਕਟਲੀ, ਬਿਲਕੁਲ। ਸੋ ਹੁਣ ਜਿਹੜਾ ਸਟੂਡੈਂਟ ਜਾਏਗਾ, ਜੇ ਮੈਂ ਉਹਦਾ ਇੱਕ ਪਲੈਨਿੰਗ ਦੱਸਾਂ, ਇੱਕ ਜਨਰਲ ਪਲੈਨਿੰਗ, ਜੇ ਕੋਈ ਸਟੂਡੈਂਟ ਜਾ ਰਿਹਾ, ਗ੍ਰੈਜੂਏਟ ਜਾ ਰਿਹਾ, 1 ਸਾਲ ਦੀ ਮਾਸਟਰ ਡਿਗਰੀ ਕੰਪਲੀਟ ਕਰੇ, ਪੋਸਟ ਸਟੱਡੀ ਵਰਕ ਹੈ 2 ਸਾਲ ਦਾ। ਪੋਸਟ ਸਟੱਡੀ ਵਰਕ ਦੇ ਦੌਰਾਨ ਜੇ ਉਹ ਕਿਸੇ ਐਮਪਲੋਇਰ ਦੇ ਥਰੂ ਟਾਇਰ 2 ਵੀਜ਼ਾ ਲੈ ਲੈਂਦਾ ਹੈ, ਜਿਹੜਾ ਕਿ ਹੁਣ ਆਸਾਨ ਹੈ। ਹੁਣ ਟਾਇਰ 2 ਵੀਜ਼ਾ ਹੁੰਦਾ ਵਰਕ ਪਰਮਿਟ, ਜਿਹਦਾ ਆਪਾਂ ਕੈਨੇਡਾ ਦੇ ਵਿੱਚ LMIA ਕਹਿ ਦਿੰਦੇ ਹਾਂ, ਇਸੇ ਤਰੀਕੇ ਨਾਲ ਯੂਕੇ ਦੇ ਵਿੱਚ ਇਟਸ ਕਾਲਡ ਟਾਇਰ 2 ਵੀਜ਼ਾ। ਉਹਨਾਂ ਨੇ ਟਾਇਰ 2 ਵੀਜ਼ਾ ਦੇ ਵਿੱਚ EMPLOYERS ਨੂੰ ਕਾਫੀ ਰਿਲੈਕਸ ਕਰ ਦਿੱਤਾ ਹੈ। ਹੁਣ ਫਰਕ ਹੈ, ਪਹਿਲਾਂ ਨਾਲੋਂ ਫਰਕ ਹੈ ਜੌਬ ਲੱਭਣ ਦੇ ਵਿੱਚ, ਪਰਮਨੈਂਟ ਜੌਬ ਜਾਂ ਟਾਇਰ 2 ਵੀਜ਼ਾ ਲੱਭਣ ਦੇ ਵਿੱਚ। ਹੁਣ ਕਾਫੀ ਸਿਨੈਰੀਓ ਚੇਂਜ ਹੋ ਚੁੱਕਾ ਹੈ ਬ੍ਰੈਗਜ਼ਿਟ ਤੋਂ ਬਾਅਦ। ਜਿਹੜਾ ਉਹਨਾਂ ਦਾ ਇੱਕ ਸੈਲਰੀ ਆਫਰ ਕਰਨ ਦਾ ਇੱਕ ਮਿਨੀਮਮ ਥ੍ਰੈਸ਼ਹੋਲਡ ਸੀਗਾ, ਉਹ ਪਹਿਲਾਂ 26,000 27,000 ਪਾਉਂਡ ਹੁੰਦਾ ਸੀ। ਸੋ ਉਹਦੇ ਕਰਕੇ EMPLOYERS ਕਹਿੰਦੇ ਸੀ ਅਸੀਂ ਇੰਨੀ ਵੱਡੀ ਅਮਾਉਂਟ ਅਸੀਂ ਨਹੀਂ ਪੇ ਕਰ ਸਕਦੇ, ਇਸ ਕਰਕੇ ਉਹ ਟਾਇਰ 2 ਲਾਇਸੈਂਸ ਹੀ ਨਹੀਂ ਲੈਂਦੇ ਸੀ ਤੇ ਹਾਇਰਿੰਗ ਬਾਹਰ ਦੀ ਫੋਰਨ ਹਾਇਰਿੰਗ ਕਰਦੇ ਹੀ ਨਹੀਂ ਸੀਗੇ। ਹੁਣ ਉਹ ਰਿਲੈਕਸ ਕਰਕੇ 10,000 ਘਟਾ ਦਿੱਤਾ, ਲਾਈਕ 16-17,000 ਕਰ ਦਿੱਤਾ ਹੈ। ਆਪਣੇ EMPLOYE ਨੂੰ 10,000 ਤਨਖਾਹ ਤੇ ਵੀ ਰੱਖ ਸਕਦੇ 16,000 ਮਤਲਬ 10,000 ਘਟਾ ਦਿੱਤਾ ਹੈ, 26 ਤੋਂ 16 ਕਰ ਦਿੱਤਾ ਹੈ। ਯਾਨੀ ਕਿ ਆਲਮੋਸਟ ਜੇ ਕੁੱਲ ਮਿਲਾ ਕੇ ਦੇਖ ਲਈਏ ਤਾਂ ਮਸਾਂ ਹੀ 1200-1300 ਪਾਉਂਡ ਰਹਿ ਗਈ। ਸੋ ਉਹਦੇ ਨਾਲ ਕੀ ਹੈ, ਉੱਥੇ ਦੇ ਟਾਇਰ 2 ਲਾਇਸੈਂਸ ਹੋਲਡਰਸ ਕੋਲ ਇੱਕ ਫਰੀडम ਆ ਗਿਆ ਕਿ ਮੈਂ ਹੁਣ ਘੱਟ ਸੈਲਰੀ ਦੇ ਵਿੱਚ ਵੀ ਹਾਇਰਿੰਗ ਦੇ ਸਕਦਾ। ਇਹਦੇ ਨਾਲ ਸਟੂਡੈਂਟਸ ਨੂੰ, ਉੱਥੇ ਦੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੂੰ, ਉਹਨਾਂ ਨੂੰ ਬਹੁਤ ਫਾਇਦਾ ਹੋਏਗਾ ਜੌਬ ਸਿਕਿਉਰ ਕਰਨ ਦੇ ਵਿੱਚ, ਜਿਹੜਾ ਕਿ ਪਹਿਲਾਂ ਪੋਸੀਬਲ ਨਹੀਂ ਹੁੰਦਾ ਸੀ ਅੰਟਿਲ ਅਨਲੈਸ ਯੂ ਹੈਵ ਅ ਵੈਰੀ ਸਟਰੋਂਗ ਰੈਫਰੈਂਸ। ਤੁਹਾਡੇ ਕੋਲ ਬਹੁਤ ਸਟਰੋਂਗ ਰੈਫਰੈਂਸ ਹੋਣੀ ਚਾਹੀਦੀ ਸੀ ਤਾਂ ਹੀ ਤੁਹਾਨੂੰ ਜੌਬ ਮਿਲਦੀ ਸੀ। ਇਹ ਵੀ ਹੈ ਨਾ ਸੈਮ ਜੀ ਕਿ ਇੱਕ ਹੋਰ ਵੱਡੀ ਮਜਬੂਰੀ ਸੀ ਉਸ ਸਲੈਬ ਦੇ ਵਿੱਚ ਆਉਣ ਵਾਸਤੇ ਤੁਹਾਡਾ ਆਪਦਾ ਇਨਕਮ ਹੋਣਾ ਚਾਹੀਦਾ ਸੀ ਕਿ 25,000 26 ਤੁਸੀਂ ਤਾਂ ਹੀ ਦੇ ਸਕੋ। ਐਗਜ਼ੈਕਟਲੀ EMPLOYER ਕੋਲ ਵੀ ਉਨੀ ਕੈਪੈਸਿਟੀ, ਪੇਇੰਗ ਕੈਪੈਸਿਟੀ ਹੋਣੀ ਚਾਹੀਦੀ ਸੀ। ਸੋ ਹੁਣ ਕੀ ਹੈ, ਉਹਨਾਂ ਨੇ ਇਸੇ ਕਰਕੇ, ਜਿਹੜਾ ਮੈਂ ਹੁਣੇ ਇੱਕ ਇੰਡਸਟਰੀ ਦੀ ਗੱਲ ਕੀਤੀ ਹੈ, ਦਿਸ ਹਸਪਿਟੈਲਿਟੀ ਐਂਡ ਰੈਸਟੋਰੈਂਟ ਇੰਡਸਟਰੀ, ਇਹਨਾਂ ਦੇ ਵਿੱਚ ਤੇ ਇਦਾਂ ਦੀ ਹਾਲਾਤ ਹੋ ਚੁੱਕੇ ਆ 50 to 60% ਦੇ ਡੋਂਟ ਹੈਵ ਟੈਲੈਂਟਸ, ਦੇ ਡੋਂਟ ਹੈਵ ਵਰਕਰਸ, ਦੇ ਡੋਂਟ ਹੈਵ ਸ਼ੈਫਸ ਜਾਂ ਜਿਹੜੇ ਵੀ ਇਹ ਪ੍ਰੋਫੈਸ਼ਨਲਸ ਕਹਿੰਦੇ ਇਹਨਾਂ ਨੂੰ, ਉਹ ਨਹੀਂ ਹੈਗੇ ਉਹਨਾਂ ਕੋਲ। ਤੇ ਉਹਨਾਂ ਨੇ ਮਿਨਿਸਟਰੀ ਨੂੰ ਸਪੈਸ਼ਲੀ ਕਿਹਾ ਹੋਇਆ ਹੈ ਕਿ ਜੇ ਹੋਰ ਤੁਸੀਂ 6 ਮਹੀਨੇ ਸਾਲ ਰਿਲੈਕਸ ਕਰਕੇ ਸਾਨੂੰ ਇੰਡਸਟਰੀ ਨੂੰ ਬੰਦੇ ਨਹੀਂ ਪ੍ਰੋਵਾਈਡ ਕੀਤੇ ਤਾਂ ਅਸੀਂ ਕੋਲੈਪਸ ਹੋ ਜਾਾਂਗੇ, ਅਸੀਂ ਫਿਨਿਸ਼ ਹੋ ਜਾਾਂਗੇ। ਸੋ ਜਸਟ ਇੱਕ ਐਗਜ਼ਾਮਪਲ ਦੇ ਰਹੇ ਹਾਂ ਕਿ ਜੇ ਕੋਈ ਹਸਪਿਟੈਲਿਟੀ ਮੈਨੇਜਮੈਂਟ ਦੇ ਵਿੱਚ ਟਰਾਈ ਕਰਨਾ ਚਾਹੁੰਦਾ ਹੈ, ਸਟੂਡੈਂਟਸ ਪੜ੍ਹਨਾ ਚਾਹੁੰਦਾ ਹੈ, ਇਟਸ ਅ ਵੈਰੀ ਗੁੱਡ ਸਕੋਪ ਇਨ ਯੂਕੇ, ਬਹੁਤ ਅੱਛਾ ਸਕੋਪ ਹੈ। ਤਾਂ ਹੀ ਮੈਂ ਕਹਿੰਦਾ ਹੁੰਦਾ ਜਿਹੜੇ ਮੈਨੇਜਮੈਂਟ ਪ੍ਰੋਗਰਾਮਸ ਕਰਕੇ ਜਾਂ ਸਪੈਸ਼ਲੀ ਕੋਈ ਜਿਹੜੇ ਹਸਪਿਟੈਲਿਟੀ ਮੈਨੇਜਮੈਂਟ ਵਾਲੇ ਦਾ ਬੜਾ ਅੱਛਾ ਸਕੋਪ ਹੈ। ਸੇਮ ਗੋਜ਼ ਵਿਦ ਹੈਲਥ ਕੇਅਰ ਪ੍ਰੋਫੈਸ਼ਨਲਸ। ਯੂਕੇ ਦੀ ਯੂਨੀਵਰਸਿਟੀ ਦੇ ਵਿੱਚ ਇੱਥੇ ਦੇ GNM ਦੇ ਸਟੂਡੈਂਟਸ ਵਾਸਤੇ ਤਾਂ ਬਹੁਤ ਅੱਛਾ ਇੱਕ ਆਫਰ ਹੈ। ਦੇਰ ਆਰ ਫਿਊ ਯੂਨੀਵਰਸਿਟੀਜ਼ ਜਿਹੜੇ ਡਾਇਰੈਕਟ 3rd ਈਅਰ ਐਂਟਰੀ ਦਿੰਦੇ ਆ, ਬੈਚਲਰ ਆਫ ਨਰਸਿੰਗ ਦੇ 3rd ਈਅਰ ਜਿਨ੍ਹਾਂ ਨੇ GNM ਕੀਤਾ ਹੋਇਆ ਇੱਥੇ। ਸੋ 1 ਸਾਲ ਦੀ ਬੈਚਲਰ ਨਰਸਿੰਗ ਕੀਤੀ, ਨਾਲ ਹੀ ਤੁਸੀਂ ਕੰਜ਼ਿਊਮ ਹੋ ਜਾਓਗੇ ਉੱਥੇ ਦੇ ਹੈਲਥ ਕੇਅਰ ਇੰਡਸਟਰੀ ਦੇ ਵਿੱਚ। ਬਿਕਾਜ਼ ਅਗੇਨ ਜਿਹੜਾ ਹੈਲਥ ਕੇਅਰ ਸਿਸਟਮ ਹੈ ਯੂਕੇ ਦਾ, ਉਹਦੇ ਵਿੱਚ ਤੇ ਹਮੇਸ਼ਾ ਐਟ ਐਨੀ ਗਿਵਨ ਪੁਆਇੰਟ ਆਫ ਟਾਈਮ 40 ਤੋਂ 50% ਵੈਕੈਂਸੀ ਰਹਿੰਦੀ ਹੈ, ਮਤਲਬ ਉਹਨਾਂ ਦੇ ਵਿੱਚ ਵੈਕੈਂਸੀ ਹਮੇਸ਼ਾ ਰਹਿੰਦੀ ਹੈ। ਸੋ ਇਹ 2 ਇੰਡਸਟਰੀਆਂ ਐਜ਼ ਐਨ ਐਗਜ਼ਾਮਪਲ ਮੈਂ ਸ਼ੇਅਰ ਕੀਤੀਆਂ ਨੇ, ਹੋਰ ਵੀ ਨੇ, ਕੰਸਟਰਕਸ਼ਨ ਦੇ ਵਿੱਚ ਕਾਫੀ ਹੈ। ਸੋ ਕਹਿਣ ਦਾ ਮਤਲਬ ਇਹ ਹੈ, ਹੁਣ ਜੇ ਕੋਈ ਬੱਚਾ ਜਾ ਰਿਹਾ ਆਪਣਾ ਇੱਕ ਅੱਛੀ ਕੁਆਲੀਫਿਕੇਸ਼ਨ ਗੇਨ ਕਰਦਾ ਯੂਨੀਵਰਸਿਟੀ ਤੋਂ, ਤੇ 2 ਸਾਲ ਦਾ ਜਿਹੜਾ ਸਮਾਂ ਮਿਲਦਾ ਹੈ PSW ਦਾ, ਉਹਦੇ ਵਿੱਚ ਜੇ ਆਪਣੇ ਆਪ ਨੂੰ ਇੱਕ ਅੱਛਾ ਸਕਿੱਲ ਸੈੱਟ ਕਰ ਲੈਂਦਾ ਹੈ ਤੇ ਇੱਕ ਅੱਛਾ EMPLOYER ਫਾਈਂਡ ਆਊਟ ਕਰ ਲੈਂਦਾ, ਭਾਵੇਂ ਘੱਟ ਸੈਲਰੀ ਦੇ ਵਿੱਚ ਹੀ ਮਿਲ ਜੇ, ਪਰ ਜੇ ਟਾਇਰ 2 ਮਿਲ ਗਿਆ ਉਹਨੂੰ, ਟਾਇਰ 2 ਸਿਕਿਉਰ ਹੋ ਗਿਆ ਉਹਦਾ, ਉਹ ਟਾਇਰ 2 ਐਕਸਟੈਂਡ ਹੋਏਗਾ, 2 ਸਾਲ ਹੋਰ ਐਕਸਟੈਂਡ ਹੋਏਗਾ, ਐਂਡ ਸੈਕੰਡ ਐਕਸਟੈਂਸ਼ਨ ਦੇ ਵਿੱਚ ਉਹਨੂੰ
ਇਨਡੈਫੀਨਿਟ ਉਹ ਅਪਲਾਈ ਕਰ ਸਕਦਾ ਹੈ। ਬਿਲਕੁਲ। ਯੂਕੇ ਦੇ ਵਿੱਚ ਜੇ ਮੈਂ ਉਦਾਂ ਕੰਪੈਰੀਜ਼ਨ ਦੇ ਵਿੱਚ ਵੀ ਜੇ ਕਿਸੇ ਸਟੂਡੈਂਟ ਨੂੰ ਮੈਂ ਗਾਈਡ ਕਰਦਾ ਹੁੰਦਾ ਤਾਂ ਮੈਂ ਕਹਿੰਦਾ ਦੇਖੋ ਜੇ ਮੇਰੇ ਪੁਆਇੰਟ ਆਫ View ਨਾਲ ਸੋਚੋ ਤੇ ਮੈਂ ਤਾਂ ਇਹੀ ਕਹੂੰਗਾ ਯੂਕੇ ਦੇ ਵਿੱਚ ਸਗੋਂ PR ਲੈਣੀ ਜ਼ਿਆਦਾ ਸੌਖੀ ਹੈ। ਬਿਲਕੁਲ ਠੀਕ। ਵਾਈ ਬਿਕਾਜ਼ ਯੂ ਜਸਟ ਨੀਡ ਟੂ ਪਾਸ ਔਨ ਦਾ ਟਾਈਮ। ਤੁਸੀਂ ਟਾਈਮ ਪਾਸ ਕਰਨਾ ਆ 2-2 ਸਾਲ ਦਾ ਐਕਸਟੈਂਸ਼ਨ ਲੈ ਕੇ। ਕੋਈ ਤੁਹਾਨੂੰ ਇਹੋ ਜਿਹਾ ਨਹੀਂ ਹੈ ਕਿ ਤੁਸੀਂ ਕੋਈ ਪੂਲ ਦੇ ਵਿੱਚ ਐਂਟਰੀ ਪਾ ਕੇ IELTS 7.5 ਬੈਂਡ ਲੈਣੇ ਆ ਫਿਰ ਉਹ ਮੈਰਿਟ ਦੇ ਵਿੱਚ ਆਣੇ ਚਾਹੀਦੇ ਹੋ ਤੁਹਾਨੂੰ ਫਿਰ ਇਨਵੀਟੇਸ਼ਨ ਆਏਗੀ ਕੋਈ ਸਪੈਸੀਫਿਕ ਪ੍ਰੋਫੈਸ਼ਨ ਦੇ ਵਿੱਚ ਹੀ ਤੁਹਾਨੂੰ PR ਮਿਲੇਗੀ। ਇੱਥੇ ਕਿਹਾ ਜਾਂਦਾ ਤੁਸੀਂ ਟਾਇਰ 2 ਵੀਜ਼ਾ ਲੈ ਲਓ। ਟਾਇਰ 2 ਵੀਜ਼ੇ ਨੂੰ 2 ਵਾਰੀ ਐਕਸਟੈਂਡ ਕਰਾ ਲਓ। 5 ਸਾਲ ਦਾ ਸਮਾਂ ਦਿਖਾ ਦਿਓ ਕਿ ਤੁਸੀਂ ਇੱਥੇ ਟੈਕਸ ਪੇਅਰ ਰਹੇ ਹੋ 5 ਸਾਲ ਤੁਸੀਂ ਆਪਣਾ ਇੰਡੈਫੀਨਿਟ ਦਾ ਅਪਲਾਈ ਕਰ ਸਕਦੇ ਹੋ ਜੀ। ਸੋ ਕਿਹਾ ਜਾਵੇ ਤੇ ਇੱਕ ਕਲਿੱਕ ਦੀ ਦੇਰ ਹੈ। ਐਜ਼ ਅ ਸਟੂਡੈਂਟ ਪੜ੍ਹਾਈ ਕਰਨ ਤੋਂ ਬਾਅਦ ਤੁਹਾਡਾ ਕੋਈ ਇੱਕ EMPLOYER ਕਲਿੱਕ ਹੋਣਾ ਚਾਹੀਦਾ। ਤੁਹਾਡੇ ਕੋਲ 2 ਸਾਲ ਦਾ ਉਹਦੇ ਵਿੱਚ ਸਮਾਂ ਮਿਲਦਾ ਹੈ। ਜੇ ਉਹ 2 ਸਾਲ ਦੇ ਵਿੱਚ ਵੀ ਤੁਸੀਂ EMPLOYER ਨਹੀਂ ਲੱਭ ਸਕਦੇ ਫਿਰ ਤਾਂ ਮੈਂ ਇਹ ਕਹਿੰਦਾ ਕਿ ਬਾਹਰ ਜਾਣਾ ਨਹੀਂ ਚਾਹੀਦਾ। 2-3 ਮਿੰਟ ਦਾ ਸਮਾਂ ਬਚਿਆ ਜੀ। ਪਹਿਲਾਂ ਗੱਲ ਕਰਾਂਗੇ ਸਪਾਊਸ ਦੀ, ਉਸ ਤੋਂ ਬਾਅਦ ਗੱਲ ਕਰਾਂਗੇ ਜਿਹੜਾ ਅਗਲਾ ਇਨਟੇਕ ਹੈ ਉਹਦੇ ਵਿੱਚ ਸਹੀ ਤਰੀਕੇ ਨਾਲ ਜਿਸ ਤਰ੍ਹਾਂ ਸੈਮ ਜੀ ਨੇ ਕਿਹਾ ਕਿ ਉਹਨਾਂ ਕਾਲਜਾਂ ਯੂਨੀਵਰਸਿਟੀਆਂ ਜਾਇਆ ਜਾਵੇ ਜਿੱਥੇ ਵਿਦਆਊਟ IELTS ਵੀ ਜਾ ਸਕਦੇ ਹੋ, MOI ਦੀ ਵੀ ਲੋੜ ਨਹੀਂ ਹੈਗੀ, 70% ਦੇ ਨੰਬਰ ਦੀ ਵੀ ਲੋੜ ਨਹੀਂ, ਬਹੁਤੀ ਅਮਾਊਂਟ ਦੀ ਵੀ ਲੋੜ ਨਹੀਂ, ਵਰਕ ਪਰਮਿਟ ਵੀ ਮਿਲੇਗਾ, ਸਮੂਥਲੀ ਤੁਸੀਂ ਸੈਟਲ ਡਾਊਨ ਹੋ ਸਕੋਗੇ। ਪਰ ਉਸ ਤੋਂ ਪਹਿਲਾਂ ਜਾਣਾਂਗੇ ਜੀ ਸਪਾਊਸ ਦੀ ਇਸ ਵਕਤ ਕੀ ਸਥਿਤੀ ਹੈ, ਜਿਹੜੇ ਪਰਿਵਾਰ ਸਮੇਤ ਆਪਣੀ ਪਤੀ ਜਾਂ ਪਤਨੀ ਦੇ ਨਾਲ ਜਾਣਾ ਚਾਹੁੰਦੇ ਉਹਨਾਂ ਵਾਸਤੇ ਕੀ ਆਪਸ਼ਨ? ਬਿਲਕੁਲ ਠੀਕ ਹੈ ਰਣਬੀਰ ਜੀ। ਜੇ ਮੇਨ ਐਪਲੀਕੈਂਟ ਨੂੰ ਵੀਜ਼ਾ ਮਿਲ ਰਿਹਾ ਤੇ ਸਪਾਊਸ ਤੇ ਡਿਪੈਂਡੈਂਟਸ ਨੂੰ ਮਿਲ ਰਿਹਾ ਬਿਲਕੁਲ ਮਿਲ ਰਿਹਾ ਹੈ। ਸੀ ਇਹਦੇ ਨਾਲ ਕੋਈ ਇਹੋ ਜਿਹਾ ਐਕਸਕਿਊਜ਼ ਨਹੀਂ ਹੈ ਕਿ ਮੇਨ ਐਪਲੀਕੈਂਟ ਨੂੰ ਦਵਾਂਗੇ ਤੇ ਸਪਾਊਸ ਨੂੰ ਨਹੀਂ ਦਵਾਂਗੇ। ਜੇ ਮੇਨ ਐਪਲੀਕੈਂਟ ਨੂੰ ਮਿਲ ਰਿਹਾ ਹੈ ਅੰਟਿਲ ਅਨਲੈਸ ਉਹ ਰਿਲੇਸ਼ਨ ਲੈਜਿਟਿਮੇਟ ਹੋਣਾ ਚਾਹੀਦਾ ਜਾਂ ਤੁਸੀਂ ਉਹ ਪ੍ਰੂਫ ਕਰ ਦਿਓ। ਉਹਦੇ ਵਾਸਤੇ ਤੁਹਾਡੇ ਮੈਰਿਜ ਸਰਟੀਫਿਕੇਟਸ ਐਂਡ ਪ੍ਰੂਫ ਆਫ ਮੈਰਿਜ ਫੋਟੋਗ੍ਰਾਫਸ ਵਗੈਰਾ ਲੱਗਦੇ ਆ। ਬੱਚਿਆਂ ਦੇ ਵਾਸਤੇ ਤੁਹਾਨੂੰ ਬਰਥ ਸਰਟੀਫਿਕੇਟ ਹੈ ਉਹ ਲੱਗਦਾ ਹੈ ਤੇ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਆ ਰਹੀ। ਸਿਰਫ ਮੇਨ ਐਪਲੀਕੈਂਟ ਜਿਹੜਾ ਆ ਉਹ ਮਾਸਟਰ ਡਿਗਰੀ ਲਈ ਜਾਣਾ ਚਾਹੀਦਾ ਆ ਜਿਹੜਾ ਕਿ ਸਾਡੇ ਕੋਲ ਆਪਸ਼ਨ ਹੈ। ਸੋ ਕੋਈ ਵੀ ਮਾਸਟਰ ਡਿਗਰੀ ਚ ਜਦੋਂ ਜਾਊਗਾ ਸਪਾਊਸ ਜਿਹੜਾ ਨਾਲ ਦਾ ਵਿਅਕਤੀ ਹੈ ਪਤੀ ਜਾਂ ਪਤਨੀ ਜਿਹੜਾ ਨਾਲ ਹੋਊਗਾ ਇੰਡੀਪੈਂਡੈਂਟ ਹੋਊਗਾ ਕੀ ਉਹਨੂੰ ਓਪਨ ਵਰਕ ਪਰਮਿਟ ਮਿਲੇਗਾ? ਕਰੈਕਟ ਕਿ ਉਹ ਐਲੀਜੀਬਲ ਹੋਣਗੇ ਫੁੱਲ ਟਾਈਮ ਵਰਕ ਵਾਸਤੇ। ਸੋ ਜਿੰਨੇ ਚਿਰ ਲਈ ਵੀਜ਼ਾ ਮੇਨ ਐਪਲੀਕੈਂਟ ਨੂੰ ਮਿਲ ਰਿਹਾ ਉਨੇ ਚਿਰ ਲਈ ਡਿਪੈਂਡੈਂਟ ਨੂੰ ਮਿਲੇਗਾ। ਜੇ ਬੱਚੇ ਨਾਲ ਜਾ ਰਹੇ ਨੇ ਉਹਨਾਂ ਦੀ ਐਜੂਕੇਸ਼ਨ ਫ੍ਰੀ ਹੋਏਗੀ। ਟਰਾਂਸਪੋਰਟ ਸਰਵਿਸ ਤੇ ਐਡੀਸ਼ਨਲ ਸਰਵਿਸਿਜ਼ ਉਹ ਪੇਡ ਹੁੰਦੀਆਂ ਨੇ। ਅਦਰਵਾਈਜ਼ ਟਿਊਸ਼ਨ ਫੀਸ ਐਗਜ਼ੈਂਪਟਡ ਹੁੰਦੀ ਹੈ ਬੱਚਿਆਂ ਵਾਸਤੇ। ਹੈਲਥ ਕੇਅਰ ਸਰਵਿਸ ਲਈ ਉਹ ਆਲਰੇਡੀ ਹੈਲਥ ਕੇਅਰ ਜਿਹੜਾ ਸਰਚਾਰਜ ਉਹ ਪੇ ਕਰਕੇ ਜਾਂਦੇ ਨੇ। ਸੋ ਉਹਨਾਂ ਦਾ ਹੈਲਥ ਕੇਅਰ ਵੀ ਸਾਰਾ ਉਹ ਉੱਥੇ ਦੀ ਜਿਹੜੀ NHS ਹੈ ਉਹ ਟੇਕ ਕੇਅਰ ਕਰਦੀ ਹੈ। ਸੋ ਜੇ ਸਟੂਡੈਂਟ ਨੂੰ 1 ਸਾਲ ਦਾ ਵੀਜ਼ਾ ਮਿਲ ਰਿਹਾ ਇੱਥੋਂ ਮਾਸਟਰਸ 1 ਸਾਲ ਦੀ ਹੁੰਦੀ ਜਨਰਲੀ ਜਾਂ 1.5 ਸਾਲ ਦਾ ਹੁੰਦਾ ਸੋ ਡਿਪੈਂਡੈਂਟ ਨੂੰ ਵੀ ਉਨੇ ਚਿਰ ਦਾ ਹੀ ਮਿਲੇਗਾ। ਐਂਡ ਜਦੋਂ ਉਹ ਵਰਕ ਪਰਮਿਟ ਲਈ ਸਵਿਚ ਕਰਾਣਗੇ ਆਫਟਰ ਸਟੱਡੀਜ਼ ਪੋਸਟ ਸਟੱਡੀ ਵਰਕ ਲੈਣਗੇ 2 ਸਾਲ ਦਾ ਉਦੋਂ ਵੀ ਸਾਰੇ ਹੀ ਨਾਲ ਪਰਿਵਾਰ ਦੇ ਇਕੱਠੇ ਹੀ ਐਕਸਟੈਂਡ ਹੋਏਗਾ ਉਹਨਾਂ ਦਾ। ਜੀ ਸੈਮ ਜੀ 2 ਮਿੰਟ ਦਾ ਸਮਾਂ ਬਚਿਆ ਜੀ। ਅਗਲਾ ਇਨਟੇਕ ਕਿਹੜਾ ਦਾਖਲਾ ਕਿਵੇਂ ਲੈਣਾ ਹੈ ਕਿ ਜੋ ਗਲਤੀਆਂ ਜਾਂ ਮੁਸੀਬਤਾਂ ਜਾਂ ਪ੍ਰੋਬਲਮਾਂ ਜੋ ਹਰਡਲਸ ਡਿਊਰਿੰਗ ਦਾ ਕੋਵਿਡ ਆਈਆਂ ਬੱਚਿਆਂ ਨੂੰ ਪਹਿਲਾਂ ਵੀਜ਼ਾ ਨਾ ਆਉਣਾ, ਜੇ ਵੀਜ਼ਾ ਆ ਗਿਆ ਤਾਂ ਫਲਾਈ ਨਹੀਂ ਹੋਣਾ, ਫਲਾਈ ਹੋ ਗਿਆ ਤਾਂ 에ਅਰਪੋਰਟ ਤੇ ਸਮੱਸਿਆਵਾਂ ਜੀ ਹੁਣ ਕੀ ਸਿਨੈਰੀਓ ਰਹੇਗਾ? ਦੇਖੋ ਜੀ ਸਿੰਪਲ ਮੈਂ ਦੱਸ ਦਿੰਦਾ। ਜੇ ਤੁਸੀਂ ਇੰਟਰਵਿਊ ਲਈ ਪ੍ਰਿਪੇਅਰ ਹੋਣ ਨੂੰ ਐਗਰੀਡ ਹੈਗੇ ਹੋ ਤੁਹਾਡੇ ਐਜੂਕੇਸ਼ਨਲ ਡਾਕੂਮੈਂਟਸ ਦੇ ਵਿੱਚ 50% ਮਾਰਕਸ ਬੋਲਦੇ ਆ ਗੈਪ ਨੂੰ ਜਸਟੀਫਾਈ ਕਰ ਸਕਦੇ ਹੋ ਤੇ ਹਜੇ ਵੀ UK ਦੇ ਰਸਤੇ ਖੁੱਲੇ ਆ। ਡਿਪੈਂਡੈਂਟ ਨਾਲ ਲੈ ਕੇ ਜਾ ਸਕਦੇ ਹੋ। ਜੇ ਤੁਸੀਂ ਗ੍ਰੈਜੂਏਟ ਹੈਗੇ ਹੋ ਫੰਡਿੰਗ ਸੇਮ ਉਹੀ 28 ਦਿਨ ਪੁਰਾਣੀ ਚਾਹੀਦੀ ਹੈ। ਕੋਈ ਇਹਦੇ ਵਿੱਚ ਪ੍ਰੋਬਲਮ ਨਹੀਂ ਹੈ। ਹਾਂ ਕੁਛ ਹੀ ਯੂਨੀਵਰਸਿਟੀਆਂ ਜ਼ਿਆਦਾ ਪਰੇਸ਼ਾਨ ਕਰਦੀਆਂ ਨੇ ਪੰਜਾਬ ਤੇ ਹਰਿਆਣਾ ਦੇ ਬੱਚਿਆਂ ਨੂੰ ਬਟ ਜਿਸ ਕੰਸਲਟੈਂਟ ਕੋਲ ਐਕਸਪੀਰੀਅੰਸ ਹੋਏਗਾ ਵੱਖ-ਵੱਖ ਯੂਨੀਵਰਸਿਟੀਆਂ ਦੇ ਨਾਲ ਉਹਨਾਂ ਦਾ ਵਾਹ ਪਿਆ ਹੋਏਗਾ ਤੇ ਉਹਨਾਂ ਨੂੰ ਪਤਾ ਹੋਏਗਾ ਕਿ ਕਿਹੋ ਜਿਹੇ ਪ੍ਰੋਫਾਈਲ ਨੂੰ ਕਿਹੜੀ ਯੂਨੀਵਰਸਿਟੀ ਪਾਣਾ ਚਾਹੀਦਾ ਸੋ ਦੈਟ ਸਮੂਥਲੀ ਤੁਹਾਡਾ ਕੈਸ਼ ਨਿਕਲ ਆਵੇ ਤੇ ਕੈਸ਼ ਤੋਂ ਬਾਅਦ ਐਮਬੈਸੀ ਦਾ ਜਿਹੜਾ ਪੁਆਇੰਟ ਆਫ View ਹੈ ਉਹ ਸੇਮ ਹੀ ਹੈ ਸਾਰਿਆਂ ਵਾਸਤੇ। ਤੁਸੀਂ ਕਿਸੇ ਵੀ ਯੂਨੀਵਰਸਿਟੀ ਤੋਂ ਕੈਸ਼ ਲੈ ਲਓ ਐਮਬੈਸੀ ਨੇ ਤੁਹਾਡੇ ਅਸੈਸਮੈਂਟ ਸੇਮ ਤਰੀਕੇ ਨਾਲ ਹੀ ਕਰਨੀ ਹੈ। ਸੋ ਮੇਰੇ ਖਿਆਲ ਨਾਲ ਕਮਿੰਗ ਇਨਟੇਕ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਵਿਦਆਊਟ IELTS ਅਪਲਾਈ ਹੁੰਦਾ ਹੈ ਪਰ ਵਿਦਆਊਟ ਇੰਗਲਿਸ਼ ਨਹੀਂ। ਮੈਂ ਕਿਹਾ ਇੰਗਲਿਸ਼ ਵੀ ਇੱਕ ਐਵਰੇਜ ਇੰਗਲਿਸ਼ ਦੀ ਗੱਲ ਕਰ ਰਿਹਾ ਤੇ ਉਹ ਵੀ ਇੰਟਰਵਿਊ ਜਿਹੜੀ ਇੱਕ ਚੀਜ਼ ਹੈ ਉਹ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਪ੍ਰਿਪੇਅਰ ਕੀਤੀ ਜਾ ਸਕਦੀ ਹੈ ਬਿਕਾਜ਼ ਇੰਟਰਵਿਊ ਦੇ ਵਿੱਚ ਹਰ ਕੋਈ ਕੰਫਰਟੇਬਲ ਨਹੀਂ ਹੁੰਦਾ। ਸੋ ਦੈਟ ਇਜ਼ ਦ ਥਿੰਗ। ਤੇ ਬਹੁਤ ਮਿਹਰਬਾਨੀ ਜੀ ਸਟੂਡੀਓ 'ਚ ਆਏ ਮਿਸਟਰ ਸੈਮ ਗ੍ਰੈਡੀਗੋ ਤੋਂ ਸਾਡੇ ਨਾਲ ਸੀਗੇ ਜਿਨ੍ਹਾਂ ਦਾ 15 ਸਾਲ ਦਾ ਤਜਰਬਾ UK ਦੇ ਵਿੱਚ ਹੈ। ਕਾਫੀ ਟੈਕਨੀਕਲ ਪੁਆਇੰਟ ਇਹਨਾਂ ਨੇ ਸਾਨੂੰ ਦੱਸੇ। ਇੱਕ ਵਾਰ ਰਾਏ ਮੈਂ ਰਾਏ ਦਾ ਵਰਡ ਯੂਜ਼ ਕਰ ਰਿਹਾ ਇੱਕ ਵਾਰ ਰਾਏ ਜ਼ਰੂਰ ਲੈ ਲਓ। ਜੇ ਪਸੰਦ ਆਉਂਦਾ ਤਾਂ ਉਸ ਤੋਂ ਬਾਅਦ ਆਪਣਾ ਪ੍ਰੋਸੀਜਰ ਤੋਰੋ ਨਹੀਂ ਤਾਂ ਕਿਸੇ ਪੈਕੇਜ ਵਾਲੀਆਂ ਕੰਪਨੀਆਂ ਪੈਕੇਜ ਕਰਨ ਵਾਲੀਆਂ ਕੰਪਨੀਆਂ ਜਿਹੜੇ ਨੌਲੇਜ ਹੀ ਨਹੀਂ ਦਿੰਦੇ ਗਿਆਨ ਹੀ ਨਹੀਂ ਦਿੰਦੇ ਉੱਥੇ ਪਲੀਜ਼ ਨਾ ਫਸਣ ਦੀ ਕੋਸ਼ਿਸ਼ ਕਰਿਆ ਕਰੋ। ਸੈਮ ਜੀ ਬਹੁਤ ਮਿਹਰਬਾਨੀ ਸ਼ੁਕਰੀਆ। ਦਰਸ਼ਕਾਂ ਦਾ ਵੀ ਧੰਨਵਾਦ। ਅਗਲੇ ਹਫਤੇ ਇੱਕ ਵਾਰ ਫਿਰ ਸੈਮ ਜੀ ਦੇ ਨਾਲ ਨਵੇਂ ਮੁੱਦੇ ਦੇ ਉੱਪਰ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ। ਸਤਿ ਸ਼੍ਰੀ ਅਕਾਲ।